ਪੰਚਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਸ ਸ਼ਬਦ ਵਿੱਚ। ਕਹਿੰਦੇ ਪਰਮੇਸ਼ਰ ਦੇ ਭਜਨ ਵਾਲੀ, ਪਰਮੇਸ਼ਰ ਦੀ ਬੰਦਗੀ ਵਾਲੀ ਮੱਤ ਹੋਰ ਹੈ। ਪਰਮੇਸ਼ਰ ਦੀ ਬੰਦਗੀ ਵਾਲੀ ਮੱਤ ਦੇ ਵਿੱਚ ਕੋਈ ਵਿਖਾਵਾ ਨਹੀਂ। ਜਿਹੜੀ ਮਨੁੱਖ ਦੀ ਮੱਤ ਹੈ, ਕਰਮ ਕਾਂਡ ਜਿਸ ਦੇ ਵਿੱਚ ਭਰੇ ਹੋਏ ਨੇ, ਪਾਤਸ਼ਾਹ ਕਹਿੰਦੇ ਉਹ ਮਨੁੱਖ ਦੀ ਅਕਲ ਜਿਹੜੀ ਉਹ ਵਿਖਾਵੇ ਵਾਲੀ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਪੰਚਮ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਭਜਨ ਵਾਲੀ ਅਕਲ ਹੋਰ ਹੈ, ਉਹਦੇ ਵਿੱਚ ਵਿਖਾਵਾ ਨਹੀਂ ਹੈ। ਕਰਮ ਕਾਂਡਾਂ ਵਾਲੀ ਮਤ ਦੇ ਵਿੱਚ ਬਹੁਤਾਤ ਗਿਣਤੀ ਵਿੱਚ ਵਿਖਾਵਾ ਹੀ ਵਿਖਾਵਾ ਹੈ। ਇਸੇ ਕਰਕੇ ਮਹਾਰਾਜ ਨੇ ਆਖਿਆ ਆਪਣੀ ਮਤ ਨੂੰ ਛੱਡ ਕੇ, ਕਰਮ ਕਾਂਡਾਂ ਵਾਲੀ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਧਾਰਨ ਕਰਨੀ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਸੇ ਕਰਕੇ ਬਚਨ ਕਹੇ ਨੇ, ਕਹਿੰਦੇ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਪਰਮੇਸ਼ਰ ਜੀ, ਮੈਂ ਥੱਕ ਹਾਰ ਕੇ ਸਾਰੇ ਪਾਸੇ ਭਟਕ ਕੇ ਤੁਹਾਡੀ ਸ਼ਰਨ ਚ ਆ ਗਿਆ। ਮੈਨੂੰ ਤੁਸੀਂ ਵਿਵੇਕ ਬੁੱਧੀ ਬਖਸ਼ ਦਿਓ, ਮੈਨੂੰ ਅਕਲ ਦੇ ਦਿਓ। ਤੁਸੀਂ ਆਪਣੇ ਨਾਮ ਵਾਲੀ ਮਤ ਦੇ ਦਿਓ ਜਿਹਦੇ ਵਿੱਚ ਕੋਈ ਵਿਖਾਵਾ ਨਹੀਂ। ਮੈਂ ਉਹ ਮਤ ਚੱਕੀ ਫਿਰਦਾ ਜਿਸ ਦੇ ਵਿੱਚ ਵਿਖਾਵਾ ਹੀ ਵਿਖਾਵਾ ਹੈ। ਜਿਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਵੀ ਕਿਹਾ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੈ। ਖੁਦਾ ਦਾ ਨਾਮ ਲੈਣਾ ਸਾਫ਼ ਦਿਲ ਦੇ ਨਾਲ ਮੁਖ ਤੋਂ ਲੈ। ਸਾਫ਼ ਦਿਲ ਦੇ ਨਾਲ ਆਪਣੇ ਇਸ਼ਟ ਦਾ ਨਾਮ ਲੈਣਾ, ਉਹਨੂੰ ਚੇਤੇ ਕਰਨਾ, ਉਹਦੀ ਬੰਦਗੀ ਕਰਨੀ ਸ੍ਰੇਸ਼ਟ ਕਰਮ ਹੈ। ਤੇ ਬਾਕੀ ਸਾਰਾ ਕੁਝ ਮਹਾਰਾਜ ਨੇ ਆਖਿਆ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਬਾਕੀ ਸਾਰਾ ਕੁਝ ਤੇ ਵਿਖਾਵਾ ਹੈ। ਬਾਕੀ ਜਿਤਨੇ ਕਰਮ ਕਾਂਡ ਨੇ, ਪਖੰਡ ਸੰਸਾਰ ਦੇ ਵਿੱਚ ਹੈ, ਇਹ ਵਿਖਾਵੇ ਦਾ ਸਾਧਨ ਬਣ ਕੇ ਰਹਿ ਗਿਆ। ਸਿਰਫ ਦੂਸਰੇ ਨੂੰ ਵਿਖਾਉਣ ਵਾਸਤੇ ਕਿ ਮੈਂ ਆ ਕਰਮ ਕਰ ਰਿਹਾ ਤੇ ਮੈਂ ਬੜਾ ਵੱਡਾ ਧਰਮੀ ਹਾਂ। ਇਸੇ ਕਰਕੇ ਮਹਾਰਾਜ ਨੇ ਆਖਿਆ ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਕਹਿੰਦੇ ਬੰਦਾ ਡੋਰਾ ਹੋ ਗਿਆ, ਬੋਲਾ ਹੋ ਗਿਆ। ਦੁਨਿਆਵੀ ਤੌਰ ਤੇ ਬੋਲਾ ਉਹਨੂੰ ਕਿਹਾ ਜਾਂਦਾ ਜਿਹਦੇ ਕੰਨਾਂ ਤੋਂ ਸੁਣਨਾ ਬੰਦ ਹੋ ਜਾਏ। ਇੱਥੇ ਮਹਾਰਾਜ ਬੋਲਾ ਉਸ ਨੂੰ ਕਹਿੰਦੇ ਆ ਜਿਹੜਾ ਪਰਮਾਤਮਾ ਦੇ ਨਾਮ ਦੀ ਗੱਲ ਨਹੀਂ ਸੁਣਦਾ। ਪਾਤਸ਼ਾਹ ਕਹਿੰਦੇ ਮਨੁੱਖ ਪਰਮਾਤਮਾ ਦੇ ਭਜਨ ਦੀ ਗੱਲ ਨਹੀਂ ਸੁਣਦਾ, ਨਾਮ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਗੁਰੂ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਤੇ ਕਰ ਕੀ ਰਿਹਾ ਹੈ? ਕਹਿੰਦੇ ਬਾਹਰਲੇ ਕਰਮ ਕਾਂਡਾਂ ਦੇ ਵਿੱਚ, ਬਾਹਰਲੇ ਵਹਿਮਾਂ ਭਰਮਾਂ ਦੇ ਵਿੱਚ ਗ੍ਰਸਤ ਹੋਇਆ ਪਿਆ ਹੈ। ਤੇ ਪਾਤਸ਼ਾਹ ਕਹਿੰਦੇ ਮਾਨੋ ਇਦਾਂ ਹੋ ਰਿਹਾ, ਇਹ ਜਿਹੜੇ ਬਾਹਰਲੇ ਕਰਮ ਧਰਮ ਨੇ, ਪਖੰਡ ਨੇ, ਕਰਮ ਕਾਂਡ ਨੇ, ਇਹ ਤੇ ਇਦਾਂ ਹੈ ਜਿਵੇਂ ਬੰਦਾ ਸੱਪ ਨੂੰ ਮਾਰਨ ਦੀ ਥਾਂ ਤੇ ਖੁੱਡ ਕੁੱਟ ਰਿਹਾ ਹੋਵੇ। ਤੇ ਮਹਾਰਾਜ ਕਹਿੰਦੇ ਵਰਮੀ ਮਾਰੀ ਸਾਪ ਨਾ ਮਰਈ। ਖੁੱਡ ਕੁੱਟਿਆ, ਵਰਮੀ ਨੂੰ ਕੁੱਟਿਆ, ਸੱਪ ਨਹੀਂ ਮਰਦਾ। ਇਦਾਂ ਹੀ ਬਾਹਰਲੇ ਕਰਮ ਕਾਂਡਾਂ ਦੇ ਨਾਲ ਕਦੇ ਮਨ ਵਸ ਵਿੱਚ ਨਹੀਂ ਆਉਂਦਾ, ਜ਼ਿੰਦਗੀ ਵਿੱਚ ਸਹਿਜ ਨਹੀਂ ਆਉਂਦਾ। ਗੁਰੂ ਅਮਰਦਾਸ ਦੇ ਬੋਲ ਨੇ, ਆਨੰਦ ਸਾਹਿਬ ਦੀ ਬਾਣੀ ਵਿੱਚ ਰੋਜ਼ ਗਾਇਨ ਕਰਦੇ ਆ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਮਹਾਰਾਜ ਕਹਿੰਦੇ ਕਰਮ ਕਾਂਡਾਂ ਦੇ ਨਾਲ ਜੀਵਨ ਵਿੱਚ ਕਦੇ ਟਿਕਾ ਨਹੀਂ ਆਉਂਦਾ। ਜਦੋਂ ਤੱਕ ਸਹਿਜ ਨਹੀਂ, ਉਦੋਂ ਤੱਕ ਸਹਿਮ ਨਹੀਂ ਜਾਂਦਾ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ। ਸੰਸਾਰ ਦੇ ਲੋਕ ਕਰਮ ਕਰ ਕਰਕੇ ਥੱਕ ਗਏ। ਪਾਤਸ਼ਾਹ ਕਹਿੰਦੇ ਜੀਵਨ ਵਿੱਚੋਂ ਸਹਿਮ ਨਹੀਂ ਗਿਆ, ਟਿਕਾ ਨਹੀਂ ਆਇਆ। ਇਸ ਕਰਕੇ ਮਹਾਰਾਜ ਕਹਿੰਦੇ ਬਾਹਰਲੇ ਕਰਮ ਤੇ ਇਦਾਂ ਨੇ ਜਿਵੇਂ ਬੰਦਾ ਸੱਪ ਨੂੰ ਮਾਰਨ ਦੀ ਥਾਂ ਤੇ ਸੱਪ ਦੀ ਖੁੱਡ ਨੂੰ ਕੁੱਟ ਰਿਹਾ ਹੋਵੇ। ਤੇ ਖੁੱਡ ਕੁੱਟਿਆ ਸੱਪ ਨਹੀਂ ਮਰਦਾ, ਭਾਵ ਬਾਹਰੀ ਕਰਮ ਕਾਂਡਾਂ, ਪਖੰਡਾਂ, ਵਹਿਮਾਂ ਭਰਮਾਂ ਦੇ ਨਾਲ ਕਦੇ ਮਨ ਵਸ ਵਿੱਚ ਨਹੀਂ ਆਉਂਦਾ। ਅੱਗੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕਹਿੰਦੇ ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਕਹਿੰਦੇ ਬਾਹਰੋਂ ਮਲ ਮਲ ਕੇ ਤੀਰਥ ਸਥਾਨ ਤੇ ਜਾ ਕੇ ਸਰੀਰ ਧੋ ਰਿਹਾ, ਚਮੜੀ ਧੋ ਰਿਹਾ। ਅੰਤਰ ਮਨ ਮੈਲਾ, ਤੇ ਅੰਦਰੋਂ ਮਨ ਜਿਹੜਾ, ਸੁਰਤ ਜਿਹੜੀ ਉਹ ਬੜੀ ਮੈਲੀ ਹੈ। ਉਹਦੇ ਵਿੱਚ ਪਾਪ, ਗੁਨਾਹ, ਐਬ ਉਵੇਂ ਹੀ ਭਰੇ ਹੋਏ ਨੇ।
ਦੋਏ ਠੌਰ ਆਪਣੇ ਖੋਏ। ਪਾਤਸ਼ਾਹ ਕਹਿੰਦੇ ਇਦਾਂ ਬੰਦਾ ਆਪਣੀ ਜ਼ਿੰਦਗੀ ਦੇ ਦੋਵੇਂ ਸਮੇਂ ਗਵਾ ਲੈਂਦਾ ਹੈ, ਹੁਣ ਵਾਲਾ ਵੀ ਤੇ ਆਉਣ ਵਾਲਾ ਵੀ। ਬਾਹਰੋਂ ਸਰੀਰ ਨੂੰ ਧੋਈ ਗਿਆ, ਮਨ ਮੈਲਾ ਸੀ, ਉਸ ਪਾਸੇ ਧਿਆਨ ਹੀ ਨਹੀਂ ਦਿੱਤਾ। ਸਰੀਰ ਨੂੰ ਧੋ ਧੋ ਕੇ ਸਾਫ਼ ਕਰ ਲਿਆ, ਮੱਤ ਗੰਦੀ ਚੱਕੀ ਫਿਰਦਾ ਹੈ। ਇਹਾ ਕਾਮ ਕ੍ਰੋਧ ਮੋਹ ਵਿਆਪਿਆ। ਕਹਿੰਦੇ ਇੱਥੇ ਰਹਿੰਦਿਆਂ ਕਾਮ ਵਾਸ਼ਨਾ ਵਿੱਚ, ਕ੍ਰੋਧ ਦੇ ਵਿੱਚ, ਮੋਹ ਵਿੱਚ ਫਸਿਆ ਰਹਿੰਦਾ, ਇਹਨਾਂ ਔਗਣਾਂ ਦਾ ਸ਼ਿਕਾਰ ਹੋਇਆ ਰਹਿੰਦਾ। ਅੱਗੇ ਮੁੱਸ ਮੁੱਸ ਰੋਏ। ਤੇ ਮਹਾਰਾਜ ਕਹਿੰਦੇ ਅੱਗੇ ਜਾ ਕੇ ਵੀ ਹਟਕੋਰੇ ਲੈ ਲੈ ਕੇ ਰੋਂਦਾ। ਭਾਵ ਅੱਜ ਵੀ ਗੁਨਾਹ ਕਰ ਰਿਹਾ, ਅੱਜ ਵੀ ਔਗਣਾਂ ਦੇ ਵਿੱਚ ਹੈ। ਇਹਨਾਂ ਔਗਣਾਂ ਕਰਕੇ ਅੱਜ ਤੇ ਦੁਖੀ ਹੈਗਾ ਹੀ ਹੈ। ਮਹਾਰਾਜ ਕਹਿੰਦੇ ਅਗਲੇ ਸਮੇਂ ਵਿੱਚ ਵੀ ਦੁਖੀ ਰਹਿੰਦਾ। ਆਗੇ ਮੁੱਸ ਮੁੱਸ ਰੋਏ, ਮਾਇਆ ਕੀ ਕਿਰਤ ਛੋੜ ਗਵਾਈ। ਕਹਿੰਦੇ ਬੰਦੇ ਨੇ ਤਿਆਗ ਦੇ ਭੁਲੇਖੇ ਵਿੱਚ ਜਿਹੜੇ ਉਪਜੀਵਕਾ ਦੇ ਸਾਧਨ ਸੀ ਨਾ, ਉਹ ਛੱਡ ਦਿੱਤੇ। ਇਹਨੂੰ ਇਦਾਂ ਲੱਗਿਆ ਕਿ ਮੈਂ ਜੇ ਸਭ ਕੁਝ ਤਿਆਗ ਦੇਵਾਂਗਾ ਫਿਰ ਮੈਨੂੰ ਪਰਮਾਤਮਾ ਮਿਲੇਗਾ, ਫਿਰ ਮੇਰੇ ਤੇ ਰੱਬ ਖੁਸ਼ ਹੋਏਗਾ। ਤੇ ਪਾਤਸ਼ਾਹ ਕਹਿੰਦੇ ਆਪਣੀ ਉਪਜੀਵਕਾ ਦੇ ਸਾਧਨ ਹੀ ਛੱਡ ਬੈਠਾ। ਤਿਆਗ ਦੇ ਭੁਲੇਖੇ 'ਚ ਘਰ ਛੱਡ ਲਿਆ, ਪਰਿਵਾਰ ਛੱਡ ਲਿਆ, ਕੰਮ ਛੱਡ ਦਿੱਤਾ, ਜੰਗਲਾਂ ਵਿੱਚ ਚਲਾ ਗਿਆ। ਭਗਤੀ ਸਾਰ ਨਾ ਜਾਣੈ। ਹੁਣ ਗੁਰੂ ਨੇ ਆਖਿਆ ਜਿਹੜਾ ਮਾਇਆ ਕਮਾਉਣ ਦਾ ਉਦਮ ਕਰਨਾ ਹੀ ਤਿਆਗ ਦਿੰਦਾ ਹੈ, ਜਿਹੜਾ ਤਿਆਗ ਦੇ ਨਾਂ ਦੇ ਉੱਤੇ ਘਰ ਛੱਡੇ, ਪਰਿਵਾਰ ਛੱਡੇ, ਆਪਣੀ ਕਿਰਤੀ ਛੱਡਦਾ ਹੈ, ਮਹਾਰਾਜ ਕਹਿੰਦੇ ਉਹਨੂੰ ਤੇ ਭਗਤੀ ਦੀ ਸਾਰ ਪਤਾ ਹੀ ਨਹੀਂ, ਉਹ ਤੇ ਬੰਦਗੀ ਬਾਰੇ ਜਾਣਦਾ ਹੀ ਨਹੀਂ, ਉਸ ਨੂੰ ਤੇ ਬੰਦਗੀ ਦਾ ਕੁਝ ਵੀ ਨਹੀਂ ਪਤਾ। ਤਿਆਗ ਤੇ ਕਰ ਦਿੱਤਾ। ਬਾਣੀ ਨੇ ਇਹ ਵੀ ਆਖਿਆ ਗ੍ਰਹਿ ਤਜ ਬਣ ਖੰਡ ਜਾਈਏ, ਘਰ ਛੱਡ ਦਿੱਤਾ, ਜੰਗਲਾਂ 'ਚ ਚਲੇ ਗਏ। ਚੁਣ ਖਾਈਏ ਕੰਦਾ, ਹੁਣ ਕੰਦ ਮੂਲ ਖਾਣਾ ਸ਼ੁਰੂ ਕਰ ਦਿੱਤਾ। ਕੰਦ ਮੂਲ ਕੀ ਹੁੰਦਾ ਹੈ? ਜਿਹੜੀਆਂ ਚੀਜ਼ਾਂ ਧਰਤੀ 'ਚ ਪੈਦਾ ਹੁੰਦੀਆਂ ਤੇ ਪੱਤੇ ਤਾਂ ਨੂੰ ਹੁੰਦੇ ਆ, ਜਿਵੇਂ ਸ਼ਲਗਮ ਹੈ, ਗਾਜਰ ਹੈ, ਮੂਲੀ ਹੈ, ਇਹ ਸਾਰਾ ਕੁਝ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਅਜਹੂ ਵਿਕਾਰ ਨਾ ਛੋਟਈ, ਪਾਪੀ ਮਨ ਮੰਦਾ। ਪਰ ਮਨ ਪਾਪੀ ਹੈ, ਅਜੇ ਵੀ ਵਿਕਾਰ ਤੇ ਛੱਡ ਨਹੀਂ ਰਿਹਾ, ਖਿਆਲ ਤੇ ਅਜੇ ਵੀ ਉਦਾਂ ਦੇ ਹੀ ਨੇ। ਤਿਆਗ ਤੇ ਸਰੀਰ ਨੇ ਕੀਤਾ, ਸਰੀਰ ਕੰਦ ਮੂਲ ਖਾ ਰਿਹਾ। ਮਹਾਰਾਜ ਕਹਿੰਦੇ ਮਨ ਦੇ ਵਿੱਚ ਤੇ ਪਾਪ ਉਸੇ ਤਰ੍ਹਾਂ ਆ ਰਹੇ ਨੇ। ਜਿਹੜਾ ਬੰਦਾ ਤਿਆਗ ਦੇ ਨਾਂ ਤੇ ਆਪਣੀ ਕਿਰਤ ਛੱਡ ਬੈਂਦਾ, ਮਹਾਰਾਜ ਕਹਿੰਦੇ ਉਹਨੂੰ ਤੇ ਭਗਤੀ ਦੀ ਸਾਰ ਪਤਾ ਹੀ ਨਹੀਂ ਹੈ। ਵੇਦ ਸ਼ਾਸਤਰ ਕੋ ਤਰਕਣ ਲਾਗਾ। ਮਹਾਰਾਜ ਕਹਿੰਦੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਧਾਰਮਿਕ ਗ੍ਰੰਥ ਪੜ੍ਹੇ, ਚੇਤੇ ਕੀਤੇ ਤੇ ਕੀ ਕਰਨ ਲੱਗ ਪਿਆ? ਇਸ ਵਿਦਿਆ ਨੂੰ ਪੜ੍ਹ ਕੇ ਕੀ ਕੀਤਾ? ਕਹਿੰਦੇ ਬਹਿਸਾਂ ਕਰਨ ਲੱਗ ਪਿਆ, ਇੱਕ ਦੂਸਰੇ ਦੇ ਨਾਲ ਬਹਿਸ ਕਰਨ ਲੱਗ ਪਿਆ। ਯਾਦ ਰੱਖਣਾ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਇਸ ਕਰਕੇ ਨਹੀਂ ਕਿ ਕਿਸੇ ਨਾਲ ਬਹਿਸ ਕਰਨੀ ਹੈ ਤੇ ਕਿਸੇ ਨੂੰ ਹਰਾਉਣਾ, ਇਹ ਮਕਸਦ ਨਹੀਂ ਹੈ। ਵਿਦਿਆ ਦਾ ਕਦੇ ਵੀ ਇਹ ਮਕਸਦ ਨਹੀਂ ਹੁੰਦਾ ਕਿ ਫਲਾਣੇ ਨੂੰ ਹਰਾਉਣਾ ਹੈ ਤੇ ਫਲਾਣੇ ਤੋਂ ਮੈਂ ਜਿੱਤਣਾ ਹੈ। ਮਹਾਰਾਜ ਕਹਿੰਦੇ ਬੰਦਾ ਹੀ ਕੁਛ ਕਰ ਰਿਹਾ। ਤਤ ਜੋਗ ਨਾ ਪਛਾਨੈ, ਆਤਮਿਕ ਜ਼ਿੰਦਗੀ ਦੀ ਅਸਲੀਅਤ ਨਹੀਂ ਜਾਣਦਾ, ਪਰਮਾਤਮਾ ਨਾਲ ਜੁੜਨ ਦਾ ਤਰੀਕਾ ਨਹੀਂ ਪਤਾ। ਇਸ ਗਿਆਨ ਨੂੰ ਰੱਬ ਨਾਲ ਜੁੜਨ ਲਈ ਨਹੀਂ ਵਰਤਦਾ, ਸਿਰਫ ਬਹਿਸਾਂ ਲਈ ਵਰਤ ਰਿਹਾ, ਬਹਿਸ ਕਰਨ ਵਾਸਤੇ ਵਰਤ ਰਿਹਾ, ਦੂਸਰੇ ਨੂੰ ਹਰਾਉਣ ਲਈ ਵਰਤ ਰਿਹਾ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਉਗਰ ਗਿਆ ਜੈਸਾ ਖੋਟਾ ਟਬੂਆ, ਨਦਰ ਸਰਾਫਾ ਆਇਆ। ਜਦੋਂ ਸਰਾਫੇ ਦੀ ਨਜ਼ਰ ਪੈਂਦੀ ਆ ਨਾ ਤੇ ਖੋਟਾ ਰੁਪਈਆ ਜਿਹੜਾ ਪ੍ਰਤੱਖ ਨਜ਼ਰ ਆ ਜਾਂਦਾ, ਉਹਦੀ ਖੋਟ ਉਗੜ ਜਾਂਦੀ ਹੈ। ਜਿਹੜਾ ਸੂਝਵਾਨ ਹੈ, ਸਮਝਦਾਰ ਹੈ, ਜਦੋਂ ਉਹਦੀ ਨਜ਼ਰ ਵਿੱਚ ਆਉਂਦਾ ਹੈ ਨਾ ਖੋਟਾ, ਤੇ ਮਹਾਰਾਜ ਕਹਿੰਦੇ ਉਦੋਂ ਪਤਾ ਲੱਗ ਜਾਂਦਾ ਕਿ ਇਹ ਖੋਟਾ ਹੈ, ਅਸਲੀ ਨਹੀਂ ਹੈ। ਕਹਿੰਦੇ ਇਦਾਂ ਹੀ ਅੰਤਰ ਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛੁਪਾਇਆ। ਇਦਾਂ ਹੀ ਜਿਹੜਾ ਬੰਦਾ ਅੰਦਰੋਂ ਤੇ ਵਿਕਾਰੀ ਹੈ, ਅੰਦਰੋਂ ਤੇ ਪਾਪ ਕਰ ਰਿਹਾ, ਗੁਨਾਹ ਕਰ ਰਿਹਾ, ਔਗਣਾ ਨਾਲ ਭਰਿਆ ਪਿਆ, ਪਰ ਬਾਹਰੋਂ ਧਾਰਮਿਕ ਰਸਮਾਂ ਕਰਦਾ ਹੈ। ਮਹਾਰਾਜ ਕਹਿੰਦੇ ਬੰਦਾ ਪਰਮਾਤਮਾ ਦੇ ਕੋਲੋਂ ਆਪਣਾ ਆਪਾ ਨਹੀਂ ਲੁਕਾ ਸਕਦਾ। ਪਰਮੇਸ਼ਰ ਹਰੇਕ ਦੇ ਦਿਲ ਦੀ ਜਾਣਦਾ, ਉਸ ਨੂੰ ਹਰੇਕ ਦੇ ਕਰਮ ਦਾ ਪਤਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰ ਜਾਮੀ ਸਭ ਕੁਛ ਜਾਣੈ, ਉਸ ਤੇ ਕਾਂ ਛੁਪਾਇਆ। ਪਰਮੇਸ਼ਰ ਤੋਂ ਕਿੱਥੇ ਛੁਪਾ ਲਏਗਾ? ਬੜੀ ਪਿਆਰੀ ਗਾਥਾ ਹੈ ਸਮਝਣ ਵਾਸਤੇ ਕਿ ਰੱਬ ਦੀ ਨਜ਼ਰ ਕਿੱਥੇ ਨਹੀਂ ਹੈ।
ਇੱਕ ਸੱਜਣ ਨੇ ਆਖਿਆ ਭਾਈ ਦੂਸਰੇ ਸੱਜਣ ਨੂੰ, ਕਹਿੰਦਾ ਮੁਰਗੀ ਲੈ ਜਾ ਤੇ ਮਾਰੀ ਉੱਥੇ ਜਿੱਥੇ ਕੋਈ ਵੇਖੇ ਨਾ। ਉਹ ਲੈ ਕੇ ਤੁਰ ਪਿਆ। ਜਿੱਥੇ ਕਿਤੇ ਓਲੀ ਜਗ੍ਹਾ ਤੇ ਵੜੇ, ਉੱਥੇ ਹੀ ਕਿਸੇ ਨਾ ਕਿਸੇ ਦੀ ਨਜ਼ਰ ਪੈ ਜਾਏ, ਕੋਈ ਲੰਘਦਾ ਆਉਂਦਾ ਆ ਜਾਵੇ, ਵੇਖ ਲਵੇ। ਬੜਾ ਪਰੇਸ਼ਾਨ। ਚੱਲਦਾ ਚੱਲਦਾ ਕਮਾਦ ਗੰਨੇ ਦੇ ਖੇਤ ਵਿੱਚ ਚਲਾ ਗਿਆ। ਹੁਣ ਗੰਨੇ ਦਾ ਖੇਤ ਜਿਹੜਾ ਬੜਾ ਸੰਘਣਾ ਹੁੰਦਾ, ਉਹਨੇ ਸੋਚਿਆ ਵੀ ਹੁਣ ਮੈਨੂੰ ਐਸੀ ਜਗ੍ਹਾ ਲੱਭ ਗਈ ਹੈ ਜਿੱਥੇ ਕੋਈ ਨਹੀਂ ਵੇਖ ਸਕੇਗਾ। 4 ਕਦਮ ਵੀ ਗੰਨੇ ਦੇ ਖੇਤ 'ਚ ਅੱਗੇ ਹੋ ਜਾਓ ਤੇ ਬੰਦਾ ਦਿਸਦਾ ਨਹੀਂ। ਉਹਦੇ ਅੰਦਰ ਗਿਆ, ਜਦੋਂ ਮਾਰਨ ਲੱਗਾ ਤੇ ਉਹ ਸੁਰਤ ਵਿੱਚ ਖਿਆਲ ਆਇਆ ਕਿ ਇੱਥੇ ਬੰਦਾ ਤੇ ਕੋਈ ਨਹੀਂ ਵੇਂਦਾ, ਪਰ ਪ੍ਰਮਾਤਮਾ ਦੀ ਨਜ਼ਰ ਤੇ ਇੱਥੇ ਵੀ ਹੈ, ਰੱਬ ਤੇ ਇੱਥੇ ਵੀ ਵੇਖਦਾ ਹੈ। ਵਾਪਸ ਆ ਗਿਆ। ਆ ਕੇ ਆਪਣੇ ਦੂਸਰੇ ਸੱਜਣ ਨੂੰ ਕਿਹਾ ਕਿ ਭਾਈ ਦੁਨੀਆ ਤੇ ਕੋਈ ਐਸੀ ਥਾਂ ਨਹੀਂ ਜਿੱਥੇ ਕੋਈ ਵੇਖਦਾ ਨਹੀਂ, ਜਿੱਥੇ ਸੰਸਾਰ ਦੀ ਨਜ਼ਰ ਨਹੀਂ ਨਾ ਪਰਮਾਤਮਾ ਦੀ ਨਜ਼ਰ ਉੱਥੇ ਵੀ ਹੈ, ਰੱਬ ਉੱਥੇ ਵੀ ਵੇਂਦਾ। ਉਹਦੇ ਤੋਂ ਲੁਕਾ ਨਹੀਂ ਹੈ, ਉਹਦੇ ਤੋਂ ਕੁਝ ਛਿਪਦਾ ਨਹੀਂ। ਅੰਤਰਜਾਮੀ ਸਭ ਕਿਛ ਜਾਣੈ, ਉਸ ਤੇ ਕਹਾਂ ਛੁਪਾਇਆ, ਕੂੜ ਕਪਟ ਬੰਚ ਨਿਮੁਨੀ ਆਂਦਾ। ਮਹਾਰਾਜ ਕਹਿੰਦੇ ਬਿਨਸ ਗਿਆ ਤਤਕਾਲੇ। 4 ਦਿਨਾਂ ਦੀ ਜ਼ਿੰਦਗੀ ਦੇ ਵਾਸਤੇ ਮਹਾਰਾਜ ਕਹਿੰਦੇ ਬੰਦੇ ਨੇ ਠੱਗੀ ਕੀਤੀ, ਛਲ ਕੀਤਾ, ਫਰੇਬ ਕੀਤਾ। ਤੇ ਜ਼ਿੰਦਗੀ ਇਹਦੀ ਕੀ ਹੈ? ਨਿਮੁਨੀ ਆਂਦਾ, ਬੇਮਨਿਆਦਾ ਹੈ। ਇਹਦੀ ਕੋਈ ਪੱਕੀ ਨੀਂਹ ਨਹੀਂ ਹੈ। ਇਹ ਸਦਾ ਰਹਿਣ ਵਾਲਾ ਨਹੀਂ ਹੈ, ਸਦੀਵੀ ਨਹੀਂ ਹੈ। ਬਿਨਸ ਗਿਆ ਤਤਕਾਲੇ। ਜਦੋਂ ਠੱਗੀ ਦੇ ਵਿੱਚ, ਫਰੇਬ ਦੇ ਵਿੱਚ, ਛਲ ਦੇ ਵਿੱਚ ਪਿਆ ਤੇ ਇੱਕ ਛਿਨ ਵਿੱਚ ਆਤਮਿਕ ਮੌਤੇ ਮਰ ਗਿਆ। ਆਤਮਿਕ ਮੌਤ ਹੋ ਗਈ, ਜ਼ਮੀਰ ਮਰ ਗਈ। ਜਦੋਂ ਛਲ ਕੀਤਾ, ਫਰੇਬ ਕੀਤਾ, ਠੱਗੀ ਕੀਤੀ, ਉਸੇ ਵੇਲੇ ਆਤਮਿਕ ਮੌਤ ਹੋ ਗਈ। ਸਤ 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 ਨਾਨਕ ਕਹਿਆ। ਕਹਿੰਦੇ ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ, ਪੱਕੀ ਸੱਚ ਕਹੀ ਹੈ। ਆਪਣੇ ਹਿਰਦੇ ਦੇਖ ਸੰਭਾਲੇ ਕਿ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਵੇਖ। ਇਹੀ ਆਤਮਿਕ ਜ਼ਿੰਦਗੀ ਹੈ, ਇਹੀ ਜ਼ਿੰਦਗੀ ਦਾ ਮਨੋਰਥ ਹੈ। ਇਹ ਗੱਲ 5ਵੇਂ ਪਾਤਸ਼ਾਹ ਜੀ ਨੇ, 5ਵੇਂ ਨਾਨਕ ਨੇ ਸੱਚ ਕਹੀ ਹੈ ਕਿ ਬੰਦਿਆ ਰੱਬ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਵੇਖ। ਇਹ ਸੱਚ ਹੈ। ਤੇਰੀ ਜ਼ਿੰਦਗੀ ਤੇ ਨਮੂਨੀ ਆਂਦਾ ਹੈ। ਭਾਵ ਬੇਮੁਨਿਆਦੀ ਹੈ, ਕੋਈ ਮੁਨਿਆਦ ਨਹੀਂ, ਕੋਈ ਪੱਕਾ ਸਮਾਂ ਨਹੀਂ ਕਿੰਨਾ ਚਿਰ ਰਹਿਣਾ। ਇਸ ਭਾਂਡੇ ਦਾ ਮਹਾਰਾਜ ਨੇ ਆਖਿਆ ਕੋਈ ਭਰੋਸਾ ਨਹੀਂ ਹੈ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕ ਲੱਗੈ ਠਨਕਾ। ਮਾੜੀ ਜੀ ਠੋਕਰ ਲੱਗੀ ਭਾਂਡਾ ਟੁੱਟ ਜਾਂਦਾ ਹੈ, ਕੀ ਭਰੋਸਾ ਹੈ। ਇਸ ਕਰਕੇ ਮਹਾਰਾਜ ਨੇ ਸਮਝਾਉਣਾ ਕੀਤਾ। ਪਰਮੇਸ਼ਰ ਦੇ ਭਜਨ ਵਾਲੀ ਮੱਤ ਹੋਰ ਹੈ। ਜੇ ਬੰਦਾ ਗੁਰੂ ਦੀ ਮੱਤ ਨੂੰ ਤਿਆਗ ਕੇ ਕਰਮ ਕਾਂਡਾਂ ਦੇ ਵਿੱਚ ਲੱਗਾ ਹੋਇਆ ਤੇ ਪਾਤਸ਼ਾਹ ਕਹਿੰਦੇ ਮਾਨੋ ਸੱਪ ਮਾਰਨ ਦੀ ਥਾਂ ਤੇ ਖੁੱਡ ਨੂੰ ਕੁੱਟ ਰਿਹਾ। ਖੁੱਡ ਨੂੰ ਕੁੱਟਿਆ ਕਦੇ ਵੀ ਸੱਪ ਨਹੀਂ ਮਰਦਾ। ਭਾਵ ਬਾਹਰੀ ਕਰਮ ਕਾਂਡਾਂ ਦੇ ਨਾਲ ਕਦੇ ਮਨ ਵਸ ਵਿੱਚ ਨਹੀਂ ਆਉਂਦਾ। ਐਸੀਆਂ ਬਖਸ਼ਿਸ਼ਾਂ